ਖੇਮਕਰਨ ਹਲਕੇ ਦੇ ਵਿੱਚ 2,16,000 ਦੇ ਤਕਰੀਬਨ ਵੋਟਰ ਨੇ ਔਰ ਇਹਦੇ ਨਾਲ 1965 ਸਰਵਿਸ ਵੋਟਰ ਨੇ। ਤਾਂ ਇਹ ਇਸ ਵਾਰ 4 ਕੈਟਾਗਰੀਜ਼ ਸੀਗੀਆਂ ਜਿਨ੍ਹਾਂ ਦੇ ਲਈ ਇਹ ਸਪੈਸ਼ਲ ਫੈਸਿਲਿਟੀ ਜਿਹੜੀ ਸੀਗੀ ਉਹ ਵਿਜ਼ੂਅਲਾਈਜ਼ ਕੀਤੀ ਗਈ ਸੀਗੀ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕਿ ਸੀਕ੍ਰੇਸੀ ਆਫ ਵੋਟਿੰਗ ਜਿਹੜੀ ਆ ਉਹ ਹਰ ਹੀਲੇ ਬਹਾਲ ਰੱਖਣੀ ਆ, ਤਾਂ ਇਹ ਵੋਟਿੰਗ ਕਰਵਾਈ ਸੀਗੀ ਸੋ ਦੈਟ ਕਿ ਅਸੀਂ ਜੋ ਹਦਾਇਤਾਂ ਹੈਗੀਆਂ ਨੇ ਕਿ 90% ਤੋਂ ਵੱਧ ਫਸਟ ਡੋਜ਼ ਹੋਣੀ ਚਾਹੀਦੀ ਆ ਅਤੇ 75% ਤੋਂ ਵੱਧ ਸੈਕੰਡ ਡੋਜ਼ ਹੋਣੀ ਚਾਹੀਦੀ ਆ। ਹਲਕਾ ਖੇਮਕਰਨ ਦੇ ਵਿੱਚ 237 ਪੋਲਿੰਗ ਸਟੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਵੋਟਿੰਗ ਕਰਵਾਵਾਂਗੇ। 21 ਲੋਕੇਸ਼ਨਾਂ ਨੂੰ ਜਿਨ੍ਹਾਂ ਨੂੰ ਅਸੀਂ ਵਲਨਰੇਬਲ, ਜਿਨ੍ਹਾਂ ਨੂੰ ਕਿ ਪਹਿਲਾਂ ਸੈਂਸਿਟਿਵ ਕਹਿੰਦੇ ਸੀਗੇ, ਉੱਥੇ CPMF ਜਿਹੜੀ ਆ ਉਹ ਲਗਾਈ ਜਾਏਗੀ, ਸੈਂਟਰਲ ਪੈਰਾਮਿਲਟਰੀ ਫੋਰਸਿਸ ਦੀ ਡਿਪਲੋਇਮੈਂਟ ਕੀਤੀ ਜਾਏਗੀ। ਹਰੇਕ ਪੋਲਿੰਗ ਸਟੇਸ਼ਨ 'ਤੇ ਅਸੀਂ ਵੈਬ ਕਾਸਟਿੰਗ ਕਰਵਾ ਰਹੇ ਹਾਂ। ਡੈਮੋਕ੍ਰੇਸੀ ਦਾ ਇੱਕ ਫੈਸਟੀਵਲ ਸਾਡੇ ਸਾਹਮਣੇ ਆ ਰਿਹਾ ਹੈ। ਪੰਜਾਬ ਅੰਦਰ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਵਕਤ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪ੍ਰਸ਼ਾਸਨਿਕ ਅਮਲਾ ਜਿਹੜਾ ਵਾ ਚੋਣ ਤਿਆਰੀਆਂ ਵਿੱਚ ਰੁੱਝਾ ਹੋਇਆ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਵਿਧਾਨ ਸਭਾ ਹਲਕਾ ਖੇਮਕਰਨ 22 ਦੀਆਂ ਤਿਆਰੀਆਂ ਕਿਸ ਸਤਰ ਤੇ ਚੱਲ ਰਹੀਆਂ ਨੇ। ਇਸ ਵਕਤ ਸਾਡੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਿਹੜੇ ਆ ਅਰਬਨ ਤਰਨਤਾਰਨ ਜੋ ਕਿ ਇਸ ਵਕਤ ਬਤੌਰ ਅਫਸਰ ਤੇ ਹੋਰ ਜਿਹੜੀਆਂ ਡਿਊਟੀਆਂ ਨਿਭਾ ਰਹੇ ਨੇ ਵਿਧਾਨ ਸਭਾ ਹਲਕਾ ਖੇਮਕਰਨ ਦੀਆਂ ਚੋਣਾਂ ਵਾਸਤੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਚੋਣ ਪ੍ਰਬੰਧ ਕਿਹੋ ਜਿਹੇ ਚੱਲ ਰਹੇ ਨੇ ਤੇ ਤਿਆਰੀਆਂ ਕਿੱਥੇ ਕੁ ਪੁੱਜੀਆਂ ਹੋਈਆਂ ਨੇ। ਸਰ, ਪਹਿਲਾਂ ਤਾਂ ਗਰਾਊਂਡ ਰਿਪੋਰਟ TV ਨਿਊਜ਼ ਇੰਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਰ, ਚੋਣ ਪ੍ਰਬੰਧਾਂ ਦੀ ਜੇਕਰ ਗੱਲ ਕਰੀਏ ਤੇ ਹਲਕਾ ਖੇਮਕਰਨ ਦੀਆਂ ਚੋਣ ਤਿਆਰੀਆਂ ਜਿਹੜੀਆਂ ਤੇ ਕਿੱਥੇ ਕੁ ਤੱਕ ਇਹ ਜਿਹੜਾ ਵਾ ਪ੍ਰੋਸੈਸ ਜਿਹੜਾ ਵਾ ਪੁੱਜਾ ਹੋਇਆ ਇਸ ਵਕਤ? ਦੇਖੋ ਜੀ, ਮਾਨਯੋਗ ਚੋਣ ਕਮਿਸ਼ਨ ਜੋ ਹੈਗਾ ਔਰ ਸਾਡੇ ਮੁੱਖ ਚੋਣ ਕਮਿਸ਼ਨਰ ਪੰਜਾਬ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ, ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਸਾਰੀ ਕਾਰਵਾਈ ਚੱਲ ਰਹੀ ਹੈਗੀ ਆ। ਖੇਮਕਰਨ ਦੇ ਵਿੱਚ ਅਸੀਂ ਜਿਹੜੀਆਂ ਤਿਆਰੀਆਂ ਨੇ, ਜੋ ਵੀ ਇਲੈਕਸ਼ਨ ਕਮਿਸ਼ਨ ਦਾ ਸ਼ਡਿਊਲ ਆਇਆ ਉਸ ਹਿਸਾਬ ਨਾਲ ਅਸੀਂ ਕਰਵਾ ਰਹੇ ਹੈਗੇ ਆ। ਤੁਸੀਂ ਅੱਜ ਵੀ ਦੇਖ ਰਹੇ ਹੋ ਕਿ ਅੱਜ ਅਸੀਂ ਇੱਥੇ ਤਿਆਰੀਆਂ ਜੋ ਕਿ ਡਿਸਬਰਸਮੈਂਟ ਕਰਨੀ ਹੈਗੀ ਆ ਪਾਰਟੀਆਂ ਦੀ ਔਰ ਉਹਨਾਂ ਨੂੰ ਕਿਟਸ ਦੇਣੀਆਂ ਨੇ, ਕੁਝ ਹੋਰ ਪ੍ਰੈਪਰੇਸ਼ਨਸ ਨੇ, ਉਹਨਾਂ ਲਈ ਮੇਰੀਆਂ ਟੀਮਾਂ ਇੱਥੇ ਬੈਠੀਆਂ ਨੇ, ਅਸੀਂ ਉਸ ਦੀ ਤਿਆਰੀ ਕਰ ਰਹੇ ਹੈਗੇ ਆ। ਸਰ, ਜੇਕਰ 80 ਤੋਂ ਉੱਪਰ ਵਾਲੇ ਵੋਟਰਾਂ ਦੀ ਗੱਲ ਕਰੀਏ ਤੇ ਇੱਕ ਜਿਹਨਾਂ ਨੂੰ ਕਹਿ ਦਿੰਦੇ ਆ ਆਪਾਂ ਦਿਵਿਆਂਗ ਸ਼ਬਦ ਵਰਤਾਂਗੇ, ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਇਸ ਹਲਕੇ ਦੇ ਅੰਦਰ ਕਿੰਨੀਆਂ ਨੇ ਤੇ ਇੱਕ ਸਰਵਿਸਮੈਨਾਂ ਦੀਆਂ ਉਹਨਾਂ ਦੀਆਂ ਕੀ ਗੱਲ ਵੋਟਾਂ ਬੈਲਟ ਪੇਪਰਾਂ ਹੀ ਜਿਹੜੀਆਂ ਉਹ ਕਾਸਟ ਕਰਵਾ ਲਿਆ ਗਿਆ ਵੋਟ ਉਹਨਾਂ ਦਾ? ਹਾਂਜੀ, ਬਿਲਕੁਲ। ਵੋਟਰ ਜਿਹੜੇ ਨੇ ਉਹ ਸਾਡੇ ਕੋਲ ਖੇਮਕਰਨ ਹਲਕੇ ਦੇ ਵਿੱਚ 2,16,000 ਦੇ ਤਕਰੀਬਨ ਵੋਟਰ ਨੇ ਔਰ ਇਹਦੇ ਨਾਲ 1965 ਸਰਵਿਸ ਵੋਟਰ ਨੇ। ਤਾਂ ਇਹਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਹਦਾਇਤਾਂ ਨੇ। ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਜੋ ਸਰਵਿਸ ਵੋਟਰ ਨੇ ਉਹਨਾਂ ਦੇ ਲਈ ਇਸ ਵਾਰ ਇਲੈਕਸ਼ਨ ਕਮਿਸ਼ਨ ਵੱਲੋਂ ETPBS ਦਾ ਜਿਹੜਾ ਸੀਗੀ ਉਹ ਪ੍ਰੋਵੀਜ਼ਨਿੰਗ ਕੀਤੀ ਗਈ ਸੀਗੀ। ਉਸ ਦੇ ਤਹਿਤ ਅਸੀਂ 24 ਘੰਟਿਆਂ ਦੇ ਦਰਮਿਆਨ ਜਦੋਂ ਕੈਂਡੀਡੇਟ ਫਾਈਨਲ ਹੁੰਦੇ ਨੇ ਵਿਡਰਾਅਲ ਤੋਂ ਬਾਅਦ, ਉਸ ਦੇ ਦਰਮਿਆਨ ਉਹਨਾਂ ਨੂੰ ਇਹ ਪੋਸਟਲ ਬੈਲਟ ਜਿਹੜੇ ਨੇ ਉਹ ਔਨਲਾਈਨ ਸਿਸਟਮ ਦੇ ਰਾਹੀਂ ਭੇਜਣੇ ਹੁੰਦੇ ਨੇ। ਤਾਂ ਉਹ ਅਸੀਂ ਉਹਨਾਂ ਨੂੰ ਭੇਜ ਦਿੱਤੇ ਨੇ। 1965 ਸਰਵਿਸ ਵੋਟਰਾਂ ਨੂੰ ਭੇਜ ਚੁੱਕੇ ਹੈਗੇ ਆ ਔਰ ਉਹਨਾਂ ਤੋਂ ਵਾਪਸੀ ਵੀ ਇਸ ਦੀ ਸਟਾਰਟ ਜਿਹੜੀ ਆ ਉਹ ਹੋ ਗਈ ਆ। ਇਹ 10 ਤਾਰੀਖ ਤੋਂ ਵਾਪਸ ਸਾਨੂੰ ਜਿਹੜੇ ਨੇ ਉਹ ਕੁਝ ਪੋਸਟਲ ਬੈਲਟ ਡੇਲੀ ਪ੍ਰਾਪਤ ਹੋ ਰਹੇ ਨੇ, ਜਿਨ੍ਹਾਂ ਨੂੰ ਕਿ ਅਸੀਂ ਹਦਾਇਤਾਂ ਅਨੁਸਾਰ ਸਟਰੋਂਗ ਰੂਮ ਜੋ ਕਿ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਵਿੱਚ ਸਥਾਪਿਤ ਹੈ ਉੱਥੇ ਰੱਖ ਰਹੇ ਹਾਂ। ਜਿੱਥੋਂ ਤੱਕ ਤੁਸੀਂ 80+ ਵੋਟਰਸ ਦੀ ਗੱਲ ਕਰ ਰਹੇ ਹੋ, ਤਾਂ ਇਹ ਇਸ ਵਾਰ 4 ਕੈਟਾਗਰੀਜ਼ ਸੀਗੀਆਂ ਜਿਨ੍ਹਾਂ ਦੇ ਲਈ ਇਹ ਸਪੈਸ਼ਲ ਫੈਸਿਲਿਟੀ ਜਿਹੜੀ ਸੀਗੀ ਉਹ ਵਿਜ਼ੂਅਲਾਈਜ਼ ਕੀਤੀ ਗਈ ਸੀਗੀ। ਕੋਵਿਡ ਦੀਆਂ ਜਿਹੜੀ 3rd ਵੇਵ ਆ ਉਹਨੂੰ ਧਿਆਨ 'ਚ ਰੱਖਦੇ ਹੋਏ, ਅਤੇ ਇਸ ਦੇ ਵਿੱਚ 80+ ਵਾਲੇ ਵੋਟਰ ਨੇ, ਇਸ ਦੇ ਵਿੱਚ PWD ਵੋਟਰਸ ਨੇ ਜਿਨ੍ਹਾਂ ਨੂੰ ਦਿਵਿਆਂਗ ਅਸੀਂ ਕਹਿੰਦੇ ਹਾਂ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵਿਸ਼ੇਸ਼ ਜਿਹੜੀ ਹੈਗੀ ਆ ਸਥਿਤੀ ਵਾਲੇ ਵੋਟਰ ਨੇ। ਉਸ ਤੋਂ ਇਲਾਵਾ ਜੇਕਰ ਕੋਈ ਕੋਵਿਡ ਸਸਪੈਕਟ ਨੇ ਅਤੇ ਜਾਂ ਫਿਰ ਕੁਝ ਐਸੈਂਸ਼ੀਅਲ ਸਰਵਿਸਿਜ਼ ਨੇ, ਤਾਂ ਇਹ 4 ਕੈਟੇਗਰੀਜ਼ ਦੇ ਲਈ ਅਸੀਂ ਮੌਕਾ ਦਿੱਤਾ ਸੀਗਾ। ਜੋ ਕਿ ਇਹ ਹਦਾਇਤਾਂ ਹੁੰਦੀਆਂ ਨੇ ਕਿ ਅਨਾਊਂਸਮੈਂਟ ਆਫ ਇਲੈਕਸ਼ਨ ਸ਼ਡਿਊਲ ਤੋਂ ਬਾਅਦ ਜਿਸ ਦਿਨ ਨੋਟੀਫਿਕੇਸ਼ਨ ਹੁੰਦਾ ਹੈਗਾ ਉਹਦੇ 5 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਅਪਲਾਈ ਕਰਨਾ ਹੁੰਦਾ। ਤਾਂ ਉਹ ਮਿਤੀ 28 ਜਨਵਰੀ ਤੱਕ ਜਿੰਨੇ ਲੋਕਾਂ ਨੇ ਇਹ ਅਪਲਾਈ ਕੀਤਾ ਸੀ, ਇਸ ਦੀ ਬਹੁਤ ਅਸੀਂ ਐਲੈਬੋਰੇਟ ਐਕਸਰਸਾਈਜ਼ ਜਿਹੜੀ ਸਾਰੀ ਕੰਸਟੀਚੁਐਂਸੀ ਦੇ ਵਿੱਚ ਥਰੂ ਸੈਕਟਰ ਮੈਜਿਸਟਰੇਟ ਅਤੇ BLO ਕਰਵਾਈ ਸੀਗੀ।
ਤਾਂ ਉਸ ਦੇ ਵਿੱਚ ਇਹਨਾਂ ਚਾਰਾਂ ਕੈਟਾਗਰੀਜ਼ ਦੇ ਵਿੱਚੋਂ ਸਾਨੂੰ 175 ਵੋਟਰਸ ਨੇ ਆਪਣਾ ਕੰਸੈਂਟ ਦਿੱਤਾ ਸੀ ਫਾਰਮ 12D ਦੇ ਵਿੱਚ, ਅਤੇ ਜਿਨ੍ਹਾਂ ਦੀ ਅਸੀਂ ਜਿਹੜੀ ਵੋਟਿੰਗ ਉਹ ਕਰਵਾਉਣੀ ਸੀਗੀ। ਹੁਣ ਉਹਨਾਂ ਦੇ ਪੋਸਟਲ ਬੈਲਟ ਜਿਹੜੇ ਨੇ ਉਹ ਅਸੀਂ ਤਿਆਰ ਕਰਵਾ ਲਏ ਸੀਗੇ, ਔਰ ਜ਼ਿਲ੍ਹੇ ਦੇ ਵਿੱਚ ਅਸੀਂ 2 ਡੇਟਸ ਨਿਰਧਾਰਿਤ ਕੀਤੀਆਂ ਸੀ, 14 ਫਰਵਰੀ ਅਤੇ 17 ਫਰਵਰੀ, ਅਤੇ ਕੱਲ੍ਹ 14 ਫਰਵਰੀ 2022 ਨੂੰ ਅਸੀਂ ਰੂਟ ਤਿਆਰ ਕਰਕੇ ਹਦਾਇਤਾਂ ਅਨੁਸਾਰ ਕੈਂਡੀਡੇਟ ਨੂੰ ਇਨਫੋਰਮ ਕਰਕੇ ਤਾਂ ਉਹ ਪ੍ਰੋਪਰ ਜਿਹੜੀਆਂ ਸਾਰੀਆਂ ਪ੍ਰੀਕਾਸ਼ਨਸ ਸੀਗੀਆਂ ਉਹਨਾਂ ਨੂੰ ਲੈਂਦੇ ਹੋਏ 5 ਟੀਮਸ ਫੀਲਡ 'ਚ ਭੇਜੀਆਂ ਸੀਗੀਆਂ, ਜਿਨ੍ਹਾਂ ਨੇ ਕਿ ਕੱਲ੍ਹ ਸਾਰਾ ਦਿਨ ਹੀ ਉਹ ਵੋਟਿੰਗ ਵੱਖ-ਵੱਖ ਪਿੰਡਾਂ ਵਾਰਡਾਂ ਦੇ ਵਿੱਚ ਜਾ ਕੇ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕਿ ਸੀਕ੍ਰੇਸੀ ਆਫ ਵੋਟਿੰਗ ਜਿਹੜੀ ਆ ਉਹ ਹਰ ਹੀਲੇ ਬਹਾਲ ਰੱਖਣੀ ਆ, ਤਾਂ ਇਹ ਵੋਟਿੰਗ ਕਰਵਾਈ ਸੀਗੀ। ਔਰ ਇਸ ਦੇ ਲਈ 17 ਤਰੀਕ ਨੂੰ ਫਿਰ ਜਿਹੜੇ ਬਾਕੀ ਬਚਦੇ ਵੋਟਰਸ ਨੇ ਜਿਹੜੇ ਕਿ ਕਿਸੇ ਕਾਰਨ ਕੱਲ੍ਹ ਆਪਣੇ ਘਰਾਂ ਦੇ ਵਿੱਚ ਅਵੇਲੇਬਲ ਨਹੀਂ ਸੀ, ਉਹ ਦੁਬਾਰਾ ਕਰਵਾਵਾਂਗੇ। ਉਸ ਦੇ ਨਾਲ ਹੀ ਪੋਸਟਲ ਬੈਲਟ ਵਾਲੇ ਜਿਹੜੇ ਕੁਝ ਹੋਰ ਵੋਟਰ ਹੁੰਦੇ ਨੇ, ਚਾਹੇ ਉਹ ਸਾਡਾ ਪੋਲਿੰਗ ਸਟਾਫ ਹੈ, ਚਾਹੇ ਵੱਖ-ਵੱਖ ਟੀਮਸ ਦੇ ਵਿੱਚ ਕੰਮ ਕਰਨ ਵਾਲੇ ਆਫੀਸ਼ੀਅਲਸ ਨੇ, ਜਾਂ ਕੋਈ ਡਰਾਈਵਰ ਨੇ, ਵੀਡੀਓਗ੍ਰਾਫਰ ਨੇ, ਤਾਂ ਇਹਨਾਂ ਨੂੰ ਵੀ ਅਸੀਂ ਇਹ ਸਹੂਲਤ ਦਿੱਤੀ ਹੋਈ ਹੈ ਕਿ ਇਹ ਆਪਣਾ ਫਾਰਮ ਭਰ ਕੇ ਤਾਂ ਪੋਸਟਲ ਬੈਲਟ ਦੀ ਇਹ ਮਦਦ ਲੈ ਸਕਦੇ ਨੇ, ਤਾਂ ਇਹਨਾਂ ਦੀ ਵੋਟਿੰਗ ਵੀ ਅਸੀਂ ਕਰਵਾਉਂਦੇ ਹਾਂ। ਉਸ ਦੇ ਲਈ ਫੈਸਿਲੀਟੇਸ਼ਨ ਸੈਂਟਰ ਅਸੀਂ ਚਲਾਇਆ ਸੀਗਾ, ਜਿਸ ਜਗ੍ਹਾ 'ਤੇ ਅਸੀਂ ਬੈਠੇ ਹੈਗੇ ਹਾਂ। ਇਹ ਗਵਰਨਮੈਂਟ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਦਾ PTU ਦਾ ਕੈਂਪਸ ਆ, ਤਾਂ ਇੱਥੇ ਫੈਸਿਲੀਟੇਸ਼ਨ ਸੈਂਟਰ ਅਸੀਂ ਮਿਤੀ 13 ਫਰਵਰੀ ਨੂੰ, ਕਿਉਂਕਿ ਇੱਥੇ ਰਿਹਰਸਲ ਸੀਗੀ, 3rd ਰਿਹਰਸਲ ਸੀਗੀ ਪੋਲਿੰਗ ਸਟਾਫ ਦੀ, ਤਾਂ ਉਸ ਦੇ ਵਿੱਚ 1200 ਪੋਲਿੰਗ ਸਟਾਫ ਨੇ ਰਿਹਰਸਲ ਲਈ ਆਉਣਾ ਸੀਗਾ, ਉਹ ਚਲਾਇਆ ਸੀ। ਔਰ ਕੱਲ੍ਹ ਅਸੀਂ ਮਿਤੀ 14 ਫਰਵਰੀ 2022 ਨੂੰ ਵੀ ਫੈਸਿਲੀਟੇਸ਼ਨ ਸੈਂਟਰ ਚਲਾਇਆ ਸੀ, ਕਿਉਂਕਿ ਪੁਲਿਸ ਜਿਹੜੇ ਨੇ ਮੁਲਾਜ਼ਮ ਨੇ ਉਹ ਵੀ ਵੋਟਿੰਗ ਕਰ ਸਕਦੇ ਨੇ, ਔਰ ਜੋ ਪਰਸੋਂ ਰਹਿ ਗਏ ਸੀਗੇ ਉਹ ਵੀ ਕਰ ਸਕਦੇ ਨੇ। ਇਸੇ ਤਰੀਕੇ ਨਾਲ ਕੱਲ੍ਹ ਨੂੰ ਦੁਬਾਰਾ ਅਸੀਂ PRO ਅਤੇ APRO ਦੀ ਟ੍ਰੇਨਿੰਗ ਕਰਵਾ ਰਹੇ ਹਾਂ, ਤਾਂ ਉਹਨਾਂ ਦੀ ਸਹੂਲਤ, ਔਰ ਜਿਹੜੇ ਬਾਕੀ ਮੁਲਾਜ਼ਮ ਨੇ ਜਿਨ੍ਹਾਂ ਦਾ ਰਹਿ ਗਿਆ ਪੋਸਟਲ ਬੈਲਟ ਜਾਰੀ ਹੋ ਗਿਆ ਬਟ ਵੋਟ ਕਾਸਟ ਕਰਨੀ ਰਹਿੰਦੀ ਹੈ, ਉਹਨਾਂ ਦੇ ਲਈ ਅਸੀਂ ਕੱਲ੍ਹ ਮਿਤੀ 16 ਨੂੰ ਵਾਪਸ ਫੈਸਿਲੀਟੇਸ਼ਨ ਸੈਂਟਰ ਇਸੇ ਜਗ੍ਹਾ 'ਤੇ ਬਣਾਵਾਂਗੇ। ਤਾਂ ਇਹ ਜਿਹੜੀ ਗੱਲ ਤੁਸੀਂ ਪੁੱਛੀ ਸੀਗੀ ਕਿ ਜਿਹੜੇ ਇਹ ਸਪੈਸ਼ਲ ਕੈਟਾਗਰੀਜ਼ ਵਾਲੇ ਐਬਸੈਂਟੀ ਵੋਟਰ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਦੀ ਭਾਸ਼ਾ 'ਚ ਕਿਹਾ ਜਾਂਦਾ ਹੈਗਾ, ਉਹਦੇ ਲਈ ਅਸੀਂ ਇਹ ਜਿਹੜੀ ਸਾਰੀ ਐਕਸਰਸਾਈਜ਼ ਹੈ ਉਹ ਕਰਵਾਈ ਹੈ, ਔਰ ਇਸ ਦੇ ਹਰੇਕ ਸਟੈਪ 'ਤੇ ਅਸੀਂ ਜਿਹੜੇ ਉਮੀਦਵਾਰ ਸੀ ਜਾਂ ਉਸ ਤੋਂ ਪਹਿਲਾਂ ਵੱਖ-ਵੱਖ ਰਾਜਨੀਤਿਕ ਦਲ ਸੀਗੇ, ਉਹਨਾਂ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਹੈਗਾ। ਸਰ, ਕੋਵਿਡ ਗਾਈਡਲਾਈਨਸ ਦੀ ਤੁਸੀਂ ਗੱਲ ਕੀਤੀ ਹੈ, ਕੋਵਿਡ ਗਾਈਡਲਾਈਨਸ ਦੇ ਵਿੱਚ ਪਿੰਡਾਂ ਦੇ ਵਿੱਚ ਹੁਣ ਤੱਕ ਵੈਕਸੀਨੇਸ਼ਨ ਕਿੰਨੀ ਕੁ ਹੋ ਚੁੱਕੀ ਆ, ਅਤੇ ਵੋਟਰਾਂ ਲਈ ਕੀ ਪ੍ਰੀਕਾਸ਼ਨਸ ਹੈਗੀਆਂ ਨੇ ਵੈਕਸੀਨੇਸ਼ਨ ਨੂੰ ਲੈ ਕੇ, ਇਹ ਥੋੜ੍ਹਾ ਕਲੀਅਰ ਕਰਿਆ ਜੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਜੋ ਹੈਗੀਆਂ ਗਾਈਡਲਾਈਨਸ। ਇੱਥੇ ਮੈਂ ਤਰਨਤਾਰਨ ਬਾਰੇ, ਸਾਰੇ ਡਿਸਟ੍ਰਿਕਟ ਬਾਰੇ ਹੀ ਦੱਸ ਦਿੰਦਾ ਹੈਗਾ ਕਿ ਤਰਨਤਾਰਨ ਦੇ ਵਿੱਚ ਸਟਾਰਟਿੰਗ 'ਚ 1 ਮਹੀਨਾ ਪਹਿਲਾਂ ਸਾਡੀ ਵੈਕਸੀਨੇਸ਼ਨ ਦੇ ਵਿੱਚ ਸਥਿਤੀ ਥੋੜ੍ਹੀ ਜਿਹੜੀ ਖਰਾਬ ਸੀਗੀ, ਬਟ ਪਿਛਲੇ 1 ਮਹੀਨੇ ਤੋਂ ਅਸੀਂ ਇਸ ਦੇ ਲਈ ਜਿਹੜਾ ਹੈਗਾ ਇਲੈਕਸ਼ਨ ਦੇ ਪ੍ਰੋਗਰਾਮ ਦੇ ਨਾਲ ਵੈਕਸੀਨੇਸ਼ਨ ਦਾ ਪ੍ਰੋਗਰਾਮ ਵੀ ਪੈਰਲਲ ਚਲਾਇਆ ਹੈਗਾ, ਔਰ ਇਹਦੀ ਇਸ ਤਰੀਕੇ ਨਾਲ ਮੈਨੇਜਮੈਂਟ ਕੀਤੀ ਹੈ ਕਿ ਹਰੇਕ ਪਿੰਡ ਦੇ ਵਿੱਚ ਦੂਸਰੇ ਜਾਂ ਤੀਸਰੇ ਦਿਨ ਟੀਮ ਜਿਹੜੀ ਆ ਉਹ ਵਿਜ਼ਿਟ ਕਰੇ, ਸੋ ਦੈਟ ਕਿ ਅਸੀਂ ਜੋ ਹਦਾਇਤਾਂ ਹੈਗੀਆਂ ਨੇ ਕਿ 90% ਤੋਂ ਵੱਧ ਫਸਟ ਡੋਜ਼ ਹੋਣੀ ਚਾਹੀਦੀ ਆ ਅਤੇ 75% ਤੋਂ ਵੱਧ ਸੈਕੰਡ ਡੋਜ਼ ਹੋਣੀ ਚਾਹੀਦੀ ਆ, ਉਸ ਨੂੰ ਅਸੀਂ ਅਚੀਵ ਕਰ ਸਕੀਏ। ਤਾਂ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਔਰ ਉਹਨਾਂ ਦੀ ਬੜੀ ਹੀ ਸਹਿਯੋਗ ਅਗਵਾਈ ਦੇ ਵਿੱਚ, ਬੜੀ ਡਾਇਨਾਮਿਕ ਲੀਡਰਸ਼ਿਪ ਦੇ ਵਿੱਚ, ਔਰ ਹੈਲਥ ਦੀਆਂ ਟੀਮਸ ਔਰ ਬਾਕੀ ਬਹੁਤ ਸਾਰੇ ਡਿਪਾਰਟਮੈਂਟਸ ਦੀਆਂ ਟੀਮ ਦੀ ਮਦਦ ਦੇ ਨਾਲ ਅਸੀਂ ਇਹ ਲਗਾਤਾਰ ਕਾਰਵਾਈ ਕਰਵਾਈ ਹੈਗੀ ਆ। ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਦਿੱਤੇ ਹੋਏ ਟਾਰਗੇਟ ਨੇ ਉਹਨਾਂ ਨੂੰ ਅਸੀਂ ਫਸਟ ਡੋਜ਼ ਦੇ ਵਿੱਚ ਅਚੀਵ ਕਰ ਲਿਆ ਹੈਗਾ, ਔਰ ਸੈਕੰਡ ਡੋਜ਼ ਦੇ ਵਿੱਚ ਵੀ ਅਸੀਂ, ਜਿਵੇਂ ਕਿ 20 ਤਾਰੀਖ ਨੂੰ ਐਕਚੁਅਲ ਪੋਲਿੰਗ ਹੋਣੀ ਹੈਗੀ ਹੈ, ਤਾਂ ਉਸ ਤੋਂ ਪਹਿਲਾਂ 75% ਦਾ ਟਾਰਗੇਟ ਹੈਗਾ ਉਸ ਨੂੰ ਅਸੀਂ ਅਚੀਵ ਕਰ ਲਵਾਂਗੇ। ਤਾਂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹੈਗਾ ਕਿ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਸੁਰੱਖਿਅਤ ਵੋਟਿੰਗ ਕਰਵਾਉਣ ਦੇ ਲਈ ਵੈਕਸੀਨੇਸ਼ਨ ਦੀ ਜਿਹੜੀ ਸੀਗੀ ਉਹ ਜਿਹੜੀ ਮੁਹਿੰਮ ਸੀਗੀ ਉਹ ਬੜੀ ਉਹਨੂੰ ਸਕਸੈਸਫੁਲ ਚਲਾਇਆ ਹੈਗਾ, ਔਰ ਇਸ ਦਾ ਇਹ ਰਿਜ਼ਲਟ ਇਹ ਬਣੇਗਾ ਕਿ ਹੁਣ ਅਸੀਂ ਜਿਹੜੀ ਵੋਟਿੰਗ ਜਿਸ ਦਿਨ ਕਰਾਵਾਂਗੇ ਤਾਂ ਅਸੀਂ ਉਹ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਦੀ ਵੋਟਿੰਗ ਕਰਵਾ ਸਕਾਂਗੇ। ਸਰ ਜੀ, ਕਿੰਨੇ ਟੋਟਲ ਖੇਮਕਰਨ ਹਲਕੇ ਦੇ ਕਿੰਨੇ ਬੂਥ ਜਿਹੜੇ ਆ ਉਹ ਬਣਾਏ ਜਾ ਰਹੇ ਨੇ, ਅਤੇ VVPAT ਜਿਹੜੇ ਆ ਉਹ ਕਿੰਨੀਆਂ ਤੇ ਉੱਤੇ ਜਿਹੜੇ ਆ ਉਪਲਬਧ ਕਰਾਏ ਜਾਣਗੇ? ਦੇਖੋ ਜੀ, ਖੇਮਕਰਨ ਹਲਕੇ ਦੇ ਵਿੱਚ ਸਾਡੇ ਕੋਲ 235 ਪੋਲਿੰਗ ਸਟੇਸ਼ਨ ਸੀਗੇ, ਅਤੇ 2 ਪੋਲਿੰਗ ਸਟੇਸ਼ਨ ਜਿਹੜੇ ਨੇ ਉਹ ਉਹਨਾਂ ਦਾ ਵਾਧਾ ਹੋਇਆ ਸੀਗਾ।
ਆਫਟਰ ਦੀ ਅਨਾਉਂਸਮੈਂਟ ਆਫ ਦੀ ਮਾਡਲ ਕੋਡ ਆਫ ਕੰਡਕਟ, ਕਿਉਂਕਿ ਮਾਡਲ ਕੋਡ ਆਫ ਕੰਡਕਟ ਦੀ ਜੋ ਗਾਈਡਲਾਈਨਸ ਆਈਆਂ ਸੀਗੀਆਂ ਉਹਦੇ ਵਿੱਚ ਕੋਵਿਡ ਨੂੰ ਧਿਆਨ 'ਚ ਰੱਖਦੇ ਹੋਏ 1250 ਵੋਟਰ ਦੀ ਜਿਹੜੀ ਲਿਮਟ ਹੈ ਉਹ ਡਿਫਾਈਨ ਕੀਤੀ ਗਈ ਸੀ ਪਰ ਪੋਲਿੰਗ ਸਟੇਸ਼ਨ। ਤਾਂ ਇਹਦੇ ਦਰਮਿਆਨ ਸਾਡੇ ਕੋਲ ਲਾਖਨਾ ਪਿੰਡ ਜਿਹੜਾ ਹੈਗਾ, ਲਾਖਨਾ ਤੱਪਾ ਅਤੇ ਇੱਕ ਅਮੀਰ ਕੇ ਪਿੰਡ, ਦੋਨਾਂ ਦੇ ਵਿੱਚ ਇੱਕ ਪੋਲਿੰਗ ਸਟੇਸ਼ਨ 'ਤੇ 1250 ਤੋਂ ਵੱਧ ਵੋਟਰ ਸੀਗੇ। ਤਾਂ ਅਸੀਂ ਉਹਨਾਂ ਨੂੰ ਹਦਾਇਤਾਂ ਦੇ ਅਨੁਸਾਰ ਸਹਾਇਕ ਪੋਲਿੰਗ ਸਟੇਸ਼ਨ ਜਿਹੜਾ ਸੀਗਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਉਹਨਾਂ ਨੂੰ ਅਸੀਂ ਨਿਰਧਾਰਤ ਕਰਵਾ ਲਿਆ ਹੈਗਾ। ਤਾਂ ਅੱਜ ਦੀ ਸਥਿਤੀ ਦੇ ਵਿੱਚ ਹਲਕਾ ਖੇਮਕਰਨ ਦੇ ਵਿੱਚ 237 ਪੋਲਿੰਗ ਸਟੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਵੋਟਿੰਗ ਕਰਵਾਵਾਂਗੇ ਔਰ ਇਹ ਕੁੱਲ 146 ਲੋਕੇਸ਼ਨਾਂ 'ਤੇ ਜਿਹੜੇ ਨੇ ਪੋਲਿੰਗ ਸਟੇਸ਼ਨ ਸਾਡੇ ਹੈਗੇ ਨੇ। ਔਰ ਕੋਵਿਡ ਦੀਆਂ ਇੰਸਟਰਕਸ਼ਨ ਦੇ ਹਿਸਾਬ ਨਾਲ ਇਸ ਵਾਰ ਸਪੈਸ਼ਲ ਪ੍ਰੋਵੀਜ਼ਨਸ ਨੇ, ਜਿਵੇਂ ਕਿ ਕੋਵਿਡ ਦੇ ਲਈ ਇੱਕ ਕਿੱਟ ਆਈ ਹੋਈ ਆ ਜਿਹੜੀ ਕਿ ਪੋਲਿੰਗ ਸਟੇਸ਼ਨ 'ਤੇ ਜਾਣੀ ਆ। ਨਾਲ ਉਹਨਾਂ ਨੂੰ ਜਿਹੜੇ ਹੈਗੇ ਨੇ ਦੋ ਡਸਟਬਿਨ ਆਏ ਨੇ ਜਿਨ੍ਹਾਂ ਦੇ ਵਿੱਚ ਉਹ ਮੈਡੀਕਲ ਅਤੇ ਜਿਹੜੀ ਹੈਗੀ ਆ ਉਹ ਉਸ ਤਰ੍ਹਾਂ ਦੀ ਵੇਸਟ ਹੈਗੀ ਆ ਉਸ ਦੀ ਮੈਨੇਜਮੈਂਟ ਕਰਨੀ ਹੈਗੀ ਆ। ਬਹੁਤ ਹੀ ਇਸ ਦੇ ਲਈ ਐਗਜ਼ੌਸਟਿਵ ਐਕਸਰਸਾਈਜ਼ ਹੈਗੀ ਆ ਕਿ ਜਿਹੜਾ ਸ਼ਾਮ ਨੂੰ ਉਹ ਵੇਸਟੇਜ ਹੋਣੀ ਆ ਉਸ ਦੇ ਲਈ ਵੀ ਅਸੀਂ ਆਪਣੇ ਇਸ ਹਲਕੇ 'ਚ 25 ਗੱਡੀਆਂ ਦਾ ਪ੍ਰਬੰਧ ਕੀਤਾ ਹੋਇਆ। ਔਰ ਮੈਂ ਦੱਸ ਦੇਵਾਂ ਕਿ ਇੱਕ ਸਪੈਸ਼ਲ ਅਸੀਂ ਕਲਾਸ 1 ਆਫਿਸਰ ਦੀ ਡਿਊਟੀ ਸਿਰਫ ਇਹਨਾਂ ਕੰਮਾਂ ਦੇ ਲਈ ਲਗਾਈ ਹੈਗੀ ਆ ਕਿ ਜਿਨ੍ਹਾਂ ਦਾ ਕੰਮ ਹੋਏਗਾ ਕਿ ਕੋਵਿਡ ਵੇਸਟ ਮੈਨੇਜਮੈਂਟ ਦੀ ਕਲੈਕਸ਼ਨ ਕਰਨਾ ਅਤੇ ਕੋਵਿਡ ਦੇ ਨਾਲ ਸੰਬੰਧਿਤ ਮਟੀਰੀਅਲ ਨੂੰ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਜਿਸ ਦਿਨ ਉਸ ਤੋਂ ਸਮਾਨ ਪ੍ਰਾਪਤ ਕਰਨਗੀਆਂ ਅਤੇ ਇਹ ਸਮਾਨ ਵੀ ਉਹਨਾਂ ਨੂੰ ਮੁਹੱਈਆ ਕਰਵਾਉਣਾ। ਸਰ ਜੀ, ਇੱਕ ਵੱਖ-ਵੱਖ ਪੋਲੀਟੀਕਲ ਪਾਰਟੀਆਂ ਔਰ ਜਿੰਨੇ ਕੈਂਡੀਡੇਟਸ ਇਲੈਕਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਜਿਹੜੇ ਆ ਉੱਥੇ ਪੋਲਿੰਗ ਬੂਥਾਂ ਦੇ ਅੰਦਰ ਜਿਹੜੇ ਆ ਉਹ ਏਜੰਟ ਵੋਟਰ ਨੂੰ ਵੈਰੀਫਾਈ ਕਰਨ ਲਈ ਮਤਲਬ ਜਿਹੜੇ ਆ ਬੈਠਦੇ ਸੀਗੇ ਕਿ ਇਸ ਵਾਰ ਜਿਹੜਾ ਵਾ ਉਹ ਕੀ ਗਾਈਡਲਾਈਨਸ ਹੈਗੀਆਂ ਕਿ ਉਹ ਅੰਦਰ ਬੈਠਣਗੇ ਜਾਂ ਬਾਹਰ ਬੈਠਣਗੇ, ਕੀ ਉਹਨਾਂ ਦੀ ਅਵੇਲੇਬਿਲਟੀ ਰਹੇਗੀ? ਬਿਲਕੁਲ ਜੀ, ਇਹ ਇਸ ਦੇ ਲਈ ਹਦਾਇਤਾਂ ਉਹ ਪਹਿਲਾਂ ਵਾਲੀਆਂ ਹੀ ਨੇ ਜੋ ਪਹਿਲਾਂ ਵੀ ਅਸੀਂ ਕਰਦੇ ਸੀਗੇ ਕਿ ਹਰੇਕ ਪੋਲਿੰਗ ਸਟੇਸ਼ਨ 'ਤੇ ਹਰੇਕ ਕੈਂਡੀਡੇਟ ਦਾ ਇੱਕ ਪੋਲਿੰਗ ਏਜੰਟ ਬੈਠ ਸਕਦਾ ਹੈਗਾ। ਤਾਂ ਉਹ ਇਸ ਵਾਰ ਵੀ ਅਸੀਂ ਸਾਰੇ ਕੈਂਡੀਡੇਟ ਨੂੰ ਇਹ ਮੌਕਾ ਦੇਵਾਂਗੇ। ਤਾਂ ਉਹਦੇ ਲਈ ਉਹਨਾਂ ਨੇ ਇੱਕ ਦਿਨ ਪਹਿਲਾਂ ਜਦੋਂ ਸ਼ਾਮ ਨੂੰ ਉਹਨਾਂ ਕੋਲ ਟੀਮਾਂ ਪਹੁੰਚਦੀਆਂ ਨੇ ਤਾਂ ਮੈਂ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਮੈਸੇਜ ਔਰ ਰਿਕੁਐਸਟ ਦੇਣਾ ਚਾਹਾਂਗਾ ਕਿ 19 ਤਰੀਕ ਸ਼ਾਮ ਨੂੰ ਜਿਵੇਂ ਹੀ ਉਹਨਾਂ ਦੇ ਪੋਲਿੰਗ ਸਟੇਸ਼ਨਸ 'ਤੇ ਸਾਡੀਆਂ ਪੋਲਿੰਗ ਸਟਾਫ ਪਹੁੰਚਦਾ ਹੈਗਾ ਤਾਂ ਉਹ ਇਮੀਡੀਏਟ ਉਹਨਾਂ ਨਾਲ ਰਾਬਤਾ ਕਰਕੇ ਆਪਣੇ ਆਪਣੇ ਪੋਲਿੰਗ ਏਜੰਟ ਜਿਹੜੇ ਨੇ ਉਹਨਾਂ ਨੂੰ ਉੱਥੇ ਅਪੁਆਇੰਟਮੈਂਟ ਉਹਨਾਂ ਦੀ ਕਰਵਾ ਲੈਣ। ਬਿਕੋਜ਼ ਕਿ ਅਗਲੇ ਦਿਨ ਸਵੇਰੇ ਅਸੀਂ ਜਿਹੜੀ ਉਹ ਮੌਕ ਪੋਲ ਕਰਨੀ ਹੁੰਦੀ ਹੈ ਜਿਹੜੀ ਕਿ ਅਸੀਂ 6:30 ਵਜੇ ਸਵੇਰੇ ਸਟਾਰਟ ਕਰਨੀ ਆ, ਤਾਂ ਉਹਦੇ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ। ਤਾਂ ਇਸ ਵਾਰ ਵੀ ਅਸੀਂ ਪੋਲਿੰਗ ਏਜੰਟ ਨੂੰ ਜਿਹੜਾ ਹੈਗਾ ਪੋਲਿੰਗ ਸਟੇਸ਼ਨ ਦੇ ਅੰਦਰ ਬੈਠਣ ਦਾ ਮੌਕਾ ਦੇ ਰਹੇ ਹਾਂ। ਸਰ ਜੀ, ਇਲੈਕਸ਼ਨ ਦਾ ਟਾਈਮ ਕੀ ਰਹੇਗਾ ਤੇ ਇੱਕ ਪੈਰਾਮਿਲਟਰੀ ਫੋਰਸਸ ਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਆ ਉਹਨਾਂ ਨੂੰ ਲੈ ਕੇ ਕੀ ਫੋਰਸ ਹੋਰ ਮੰਗਾਈ ਜਾਏਗੀ ਜਾਂ ਕੀ ਇਹਦੇ ਜਿਹੜੇ ਬਾਹਰ ਬੂਥ ਲੱਗਣੇ ਨੇ ਉਹਨਾਂ ਦਾ ਡਿਸਟੈਂਸ ਕੀ ਰਹੇਗਾ, ਇਹ ਥੋੜਾ ਕਨਫਰਮ ਕਰ ਦਿਆ ਜੀ। ਜਿਹੜਾ ਟਾਈਮਿੰਗ ਹੈਗਾ ਉਹ ਸਾਨੂੰ ਪ੍ਰਾਪਤ ਹੋ ਗਿਆ ਹੈਗਾ। ਉਹ ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਤੱਕ ਵੋਟਾਂ ਜਿਹੜੀਆਂ ਨੇ ਉਹ ਮਿਤੀ 20 ਫਰਵਰੀ 2022 ਨੂੰ ਪੈਣੀਆਂ ਨੇ। ਔਰ ਜਿੱਥੇ ਤੱਕ ਤੁਸੀਂ ਗੱਲ ਕਹੀ ਹੈਗੀ ਆ ਕਿ ਪੈਰਾਮਿਲਟਰੀ ਫੋਰਸਿਸ ਨੂੰ ਡਿਪਲੋਏ ਕਰਨ ਦੀ, ਉਸ ਦਾ ਪਲਾਨ ਅਸੀਂ ਅੱਜ ਮਾਰਨਿੰਗ ਡਿਪਲੋਇਮੈਂਟ ਪਲਾਨ ਜਿਹੜਾ ਹੈਗਾ ਉਹ ਫਾਈਨਲ ਕਰਕੇ CEO ਪੰਜਾਬ ਨੂੰ ਭੇਜਣਾ ਸੀਗਾ, ਉਹ ਅਸੀਂ ਤਿਆਰ ਕਰ ਲਿਆ ਹੈਗਾ। ਸਾਡੀ ਕੰਸਟੀਚੁਐਂਸੀ ਯਾਨੀ ਕਿ ਖੇਮਕਰਨ ਕੰਸਟੀਚੁਐਂਸੀ ਦੇ ਵਿੱਚ ਇਸ ਤਰ੍ਹਾਂ ਦੇ ਸਾਡੇ ਕੋਲ 42 ਪੋਲਿੰਗ ਸਟੇਸ਼ਨਸ ਨੇ ਜਿਹੜੇ ਵਲਨਰੇਬਲ ਪੋਲਿੰਗ ਸਟੇਸ਼ਨ ਨੇ ਔਰ ਉਹ 21 ਲੋਕੇਸ਼ਨਸ 'ਤੇ ਨੇ। ਤਾਂ ਇਹਨਾਂ ਸਾਰੀਆਂ ਲੋਕੇਸ਼ਨਸ 'ਤੇ 21 ਲੋਕੇਸ਼ਨਾਂ ਨੂੰ ਜਿਨ੍ਹਾਂ ਨੂੰ ਅਸੀਂ ਵਲਨਰੇਬਲ, ਜਿਨ੍ਹਾਂ ਨੂੰ ਕਿ ਪਹਿਲਾਂ ਸੈਂਸਿਟਿਵ ਕਹਿੰਦੇ ਸੀਗੇ, ਉੱਥੇ CPMF ਜਿਹੜੀ ਆ ਉਹ ਲਗਾਈ ਜਾਏਗੀ, ਸੈਂਟਰਲ ਪੈਰਾਮਿਲਟਰੀ ਫੋਰਸਿਸ ਦੀ ਡਿਪਲੋਇਮੈਂਟ ਕੀਤੀ ਜਾਏਗੀ। ਇਸ ਤੋਂ ਇਲਾਵਾ ਅਸੀਂ ਇੱਥੇ 40 ਪੋਲਿੰਗ ਲੋਕੇਸ਼ਨਾਂ ਦੇ ਉੱਪਰ ਯਾਨੀ ਕਿ 70 ਪੋਲਿੰਗ ਸਟੇਸ਼ਨਾਂ ਦੇ ਉੱਪਰ ਮਾਈਕਰੋ ਆਬਜ਼ਰਵਰ ਲਗਾ ਰਹੇ ਹੈਗੇ ਆ ਜੋ ਕਿ ਸੈਂਟਰਲ ਗੌਰਮੈਂਟ ਦੇ ਇੰਪਲੋਈ ਹੋਣਗੇ। ਉਸ ਦੇ ਨਾਲ ਅਸੀਂ ਕੁਛ ਪੋਲਿੰਗ ਸਟੇਸ਼ਨ 'ਤੇ ਵੀਡੀਓਗ੍ਰਾਫੀ ਵੀ ਕਰਾਵਾਂਗੇ। ਔਰ ਇੱਕ ਮੈਂ ਗੱਲ ਦੱਸ ਦੇਵਾਂ ਜਿਹੜੀ ਕਿ ਇਸ ਵਾਰ ਉਹ ਨਵੀਂ ਕੀਤੀ ਜਾ ਰਹੀ ਹੈ, ਉਹ ਕਿ ਹਰੇਕ ਪੋਲਿੰਗ ਸਟੇਸ਼ਨ 'ਤੇ ਅਸੀਂ ਵੈਬਕਾਸਟਿੰਗ ਕਰਵਾ ਰਹੇ ਹਾਂ। ਵੈਬਕਾਸਟਿੰਗ ਤੋਂ ਭਾਵ ਕੀ ਹੈ ਕਿ ਉੱਥੇ ਸਾਰਾ ਦਿਨ ਜੋ ਕਾਰਵਾਈ ਚੱਲਣੀ ਹੈਗੀ ਆ ਤਾਂ ਉਹ ਸੀਕ੍ਰੇਸੀ ਆਫ ਵੋਟਿੰਗ ਦੀ ਹਦਾਇਤ ਨੂੰ ਧਿਆਨ 'ਚ ਰੱਖਦੇ ਹੋਏ ਪੋਲਿੰਗ ਸਟੇਸ਼ਨ ਦੇ ਵਿੱਚ ਚੱਲ ਰਹੀ ਹਰੇਕ ਕਾਰਵਾਈ ਨੂੰ ਉਹਨੇ ਲਾਈਵ ਰਿਲੇ ਕਰਨਾ ਹੈਗਾ, ਜਿਸ ਦਾ ਕੰਟਰੋਲ ਜ਼ਿਲ੍ਹਾ ਦਫ਼ਤਰ ਦੇ ਵਿੱਚ ਵੀ ਹੋਏਗਾ, ਸਟੇਟ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਵੀ ਹੋਏਗਾ ਅਤੇ ਇਲੈਕਸ਼ਨ ਕਮਿਸ਼ਨਰ ਦੇ ਆਫਿਸ ਦੇ ਵਿੱਚ ਵੀ ਉਸ ਦੀ ਵੈਬਕਾਸਟਿੰਗ ਯਾਨੀ ਕਿ ਰਿਲੇ ਚੱਲੇਗੀ।
ਸਰ ਜੀ, ਇੱਕ ਵੈਬ ਕਾਸਟਿੰਗ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਕੁਝ ਰਾਜਨੀਤਿਕ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਸੀਕ੍ਰੇਸੀ ਆਫ ਵੋਟਸ ਜਿਹੜੇ ਹੈਗਾ ਹੈ ਉਹਦੇ ਤੇ ਇੱਕ ਹਮਲਾ ਆ। ਕੁਝ ਲੋਕਾਂ ਦੇ ਵਿਚਾਰ ਕਰੇ ਨੇ, ਥੋੜਾ ਕਿਹਦੇ ਬਾਰੇ ਡਿਫਾਈਨ ਕਰਿਆ ਜੇ ਕਿ ਇਹ ਕਿੱਥੋਂ ਤੱਕ ਸੀਮਤ ਰਹੇਗੀ। ਦੇਖੋ, ਵੀਡੀਓਗ੍ਰਾਫੀ ਹੋਵੇ ਚਾਹੇ ਵੈਬ ਕਾਸਟਿੰਗ ਹੋਵੇ, ਇਹਦੇ ਲਈ ਬਹੁਤ ਹੀ ਸਪੈਸੀਫਿਕ ਹਦਾਇਤਾਂ ਨੇ। ਜਿੱਥੇ ਕਿਤੇ ਅਸੀਂ ਪਹਿਲਾਂ ਵੀਡੀਓਗ੍ਰਾਫੀ ਵੀ ਕਰਵਾਉਂਦੇ ਸੀਗੇ, ਵੈਬ ਕਾਸਟਿੰਗ ਇੱਕ ਨਵਾਂ ਕੰਸੈਪਟ ਆਇਆ ਹੈਗਾ 2019 ਦੀਆਂ ਇਲੈਕਸ਼ਨਸ ਦੇ ਵਿੱਚ ਵੀ ਪਾਇਲਟ ਬੇਸ ਤੇ 20-25 ਪੋਲਿੰਗ ਸਟੇਸ਼ਨ ਪਰ ਕੰਸਟੀਚੁਐਂਸੀ ਇਸ ਦੀ ਜਿਹੜੀ ਸੀਗੀ ਉਹ ਕਾਰਵਾਈ ਕਰਵਾਈ ਗਈ ਸੀ। ਪਰ ਮੈਂ ਇੱਥੇ ਸਾਰਿਆਂ ਦੇ ਖਦਸ਼ੇ ਜਿਹੜੇ ਨੇ ਜਾਂ ਸਾਰਿਆਂ ਦੇ ਜਿਹੜੇ ਭਰਮ ਭੁਲੇਖੇ ਨੇ ਉਹਨਾਂ ਨੂੰ ਦੂਰ ਕਰਨ ਦੀ ਮਨਸ਼ਾ ਦੇ ਨਾਲ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਇਹ ਵੈਬ ਕਾਸਟਿੰਗ ਜਿਹੜੀ ਹੋਏਗੀ ਇਹਦਾ ਪਰਪਸ ਇਹ ਹੋਏਗਾ ਕਿ ਉੱਥੇ ਓਵਰਆਲ ਜਿਹੜੀ ਐਕਟੀਵਿਟੀ ਚੱਲ ਰਹੀ ਹੈ ਉਹ ਕਿਸੇ ਤਰੀਕੇ ਦੀ ਚੱਲ ਰਹੀ ਹੈਗੀ ਆ। ਉਹਨਾਂ ਦੀਆਂ ਲੋਕੇਸ਼ਨ ਜਿਹੜੀਆਂ ਨੇ ਉਹਨਾਂ ਲਈ ਸਪੈਸ਼ਲ ਟੀਮਸ ਨੇ, ਉਹ ਲੋਕੇਸ਼ਨ ਉਹਨਾਂ ਦੀਆਂ ਡਿਫਾਈਨ ਕੀਤੀਆਂ ਜਾਣਗੀਆਂ। ਜਿੱਥੇ ਅਸੀਂ ਕੈਮਰਾ ਪਲੇਸ ਕਰਨਾ ਹੈਗਾ ਉਹ ਇਸ ਤਰੀਕੇ ਨਾਲ ਕੈਮਰਾ ਪਲੇਸ ਕਰਕੇ ਇੰਸਟਾਲ ਕਰਾਂਗੇ ਕਿ ਉੱਥੋਂ ਵੋਟਿੰਗ ਕੰਪਾਰਟਮੈਂਟ ਦੇ ਜਿਹੜੀ ਹੈਗੀ ਆ ਸਾਨੂੰ ਵੋਟਿੰਗ ਕੰਪਾਰਟਮੈਂਟ ਦਿਖਾਈ ਤਾਂ ਦੇਵੇਗਾ, ਪਰ ਉਸ ਵੋਟਿੰਗ ਕੰਪਾਰਟਮੈਂਟ ਦੇ ਅੰਦਰ ਕੀ ਕਾਰਵਾਈ ਹੋ ਰਹੀ ਹੈ ਉਹ ਕਿਸੇ ਤਰੀਕੇ ਨਾਲ ਵੀ ਇਹ ਸੀਕ੍ਰੇਸੀ ਨਹੀਂ ਹੋਏਗੀ। ਨਾ ਹੀ ਇਹ ਅਲਾਓ ਆ ਔਰ ਨਾ ਹੀ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹੈਗੇ ਆ। ਇਸ ਕਰਕੇ ਹਰੇਕ ਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈਗਾ ਕਿ ਇਹ ਇਲੈਕਸ਼ਨ ਕਮਿਸ਼ਨ ਇੰਡੀਆ ਦੀਆਂ ਹਦਾਇਤਾਂ ਨੇ, ਉਹਦੇ ਤਹਿਤ ਜਿਹੜੇ ਸਾਡੇ ਮਾਨਯੋਗ ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਉਹਨਾਂ ਵੱਲੋਂ ਇਹ ਜਿਹੜੀ ਕਾਰਵਾਈ ਹੈਗੀ ਆ ਉਹ ਇਸ ਜਿਹੜੀ ਟਰਾਂਸਪੇਰੈਂਸੀ ਆ ਉਹਨੂੰ ਧਿਆਨ 'ਚ ਰੱਖ ਕੇ ਕਰਵਾਈ ਜਾ ਰਹੀ ਹੈਗੀ ਆ। ਅਤੇ ਇਸ ਸੀਕ੍ਰੇਸੀ ਆਫ ਵੋਟਿੰਗ ਦੇ ਕਿਸੇ ਕਿਸਮ ਦੇ ਵੀ ਲੀਕ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਉੱਠਦਾ ਹੈ। ਸਰ ਜੀ, ਜਿਹੜੇ ਫਸਟ ਟਾਈਮ ਵੋਟਰ ਆ ਉਹਨਾਂ ਨੂੰ ਤੇ ਹਲਕਾ ਖੇਮਕਰਨ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰੀ ਜਿਹੜਾ ਹਲਕਾ ਖੇਮਕਰਨ ਦੇ 2,16,000 ਜੋ ਵੋਟਰਸ ਨੇ ਉਹਨਾਂ ਨੂੰ, ਔਰ ਖਾਸ ਕਰਕੇ ਜਿਹੜੇ ਸਾਡੇ ਫਸਟ ਟਾਈਮਰ ਨੇ ਉਹਨਾਂ ਬੱਚਿਆਂ ਨੂੰ, ਉਹਨਾਂ ਵੋਟਰਸ ਨੂੰ, ਔਰ ਇਹਦੇ ਨਾਲ ਹੀ ਸਾਡੇ ਦਿਵਿਆਂਗ ਵੋਟਰਸ ਨੇ ਜਾਂ ਜਿਹੜੇ ਕੁਛ ਹੋਰ ਵੋਟਰਸ ਨੇ ਤਾਂ ਟਰਾਂਸਜੈਂਡਰਸ ਨੇ ਜਿਵੇਂ, ਉਹਨਾਂ ਨੂੰ ਮੇਰੀ ਇਹ ਅੱਜ ਦੇ ਤੁਹਾਡੇ ਇਸ ਚੈਨਲ ਰਾਹੀਂ ਇਹੀ ਸੰਦੇਸ਼ ਹੈ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਅਮਲ ਵਿੱਚ ਲਿਆ ਰਹੇ ਹਾਂ। ਜਿਵੇਂ ਕਿ ਤੁਹਾਡੇ ਧਿਆਨ 'ਚ ਹੀ ਹੈਗਾ ਕਿ ਅਸੀਂ ਬਿਲਕੁਲ ਜੋ ਮਾਨਯੋਗ ਕਮਿਸ਼ਨ ਦੀਆਂ ਹਦਾਇਤਾਂ ਨੇ ਉਸ ਦੇ ਅਨੁਸਾਰ ਹਰੇਕ ਤਰ੍ਹਾਂ ਦੀਆਂ ਟੀਮਾਂ ਨਿਰਧਾਰਿਤ ਕੀਤੀਆਂ ਨੇ। ਟੀਮਾਂ 24/7 ਕੰਮ ਕਰ ਰਹੀਆਂ ਨੇ। ਹਰੇਕ ਚੀਜ਼ 'ਤੇ ਅਸੀਂ ਜਿਹੜੀ ਆਪਣੀ ਨਜ਼ਰ ਰੱਖ ਰਹੇ ਹੈਗੇ ਹਾਂ ਅਤੇ ਸਾਡਾ ਇੱਕ ਹੀ ਪਰਪਸ ਹੈਗਾ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਫ੍ਰੀ ਐਂਡ ਫੇਅਰ ਅਤੇ ਪੀਸਫੁਲ ਹੋਣ। ਤਾਂ ਮੈਂ ਸਾਰੇ ਹੀ ਆਪਣੇ ਹਲਕਾ ਜਿਹੜੇ ਨਿਵਾਸੀ ਵੋਟਰਸ ਨੇ ਉਹਨਾਂ ਨੂੰ ਅੱਜ ਦੇ ਇਸ ਮੌਕੇ 'ਤੇ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਤੁਹਾਡੀ ਵੋਟਿੰਗ ਐਕਸਪੀਰੀਅੰਸ ਨੂੰ ਮੈਮੋਰੇਬਲ ਕਰਨ ਦੇ ਲਈ, ਯਾਦਗਾਰੀ ਬਣਾਉਣ ਦੇ ਲਈ ਅਸੀਂ ਸਾਰੀਆਂ ਤਿਆਰੀਆਂ ਕਰ ਰਹੇ ਹੈਗੇ ਹਾਂ। ਇਸ ਕਰਕੇ ਉਹ ਤੁਸੀਂ ਜ਼ਰੂਰ ਬਾਜ਼ਰੂਰ ਆਪਣਾ ਜਿਹੜਾ ਸੰਵਿਧਾਨਕ ਹੱਕ ਆ ਇਹਦੀ ਵਰਤੋਂ ਕਰਨ ਦੇ ਲਈ ਬਾਹਰ ਆਓ। ਔਰ 20 ਤਾਰੀਖ ਦਾ ਜੋ ਇਹ ਚੋਣਾਂ ਦਾ ਫੈਸਟੀਵਲ ਆ, ਜੋ ਇਹ ਮੇਲੇ ਦਾ ਮਾਹੌਲ ਆ, ਜੋ ਡੈਮੋਕ੍ਰੇਸੀ ਦਾ ਇੱਕ ਫੈਸਟੀਵਲ ਸਾਡੇ ਸਾਹਮਣੇ ਆ ਰਿਹਾ ਹੈਗਾ, ਇਹਦੇ ਵਿੱਚ ਤੁਸੀਂ ਬਿਲਕੁਲ ਵੱਧ ਚੜ੍ਹ ਕੇ ਹਿੱਸਾ ਲਓ। ਬਿਨਾਂ ਕਿਸੇ ਡਰ, ਬਿਨਾਂ ਕਿਸੇ ਭੈ ਦੇ ਤੁਸੀਂ ਆਓ। ਸਾਰੇ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਮਿਲਣਗੇ। ਤੁਸੀਂ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰੋ। ਔਰ ਜਿਹੜੇ ਖਾਸ ਕਰਕੇ ਇਹ ਨਵੇਂ ਬੱਚੇ ਨੇ ਇਹਨਾਂ ਨੂੰ ਮੇਰੀ ਇਹ ਐਡਵਾਈਜ਼ ਆ, ਰਿਕੁਐਸਟ ਆ ਕਿ ਤੁਸੀਂ ਜ਼ਰੂਰ ਇਸ ਡੈਮੋਕ੍ਰੈਟਿਕ ਪ੍ਰੋਸੈਸ ਦਾ ਹਿੱਸਾ ਬਣੋ ਔਰ ਲੋਕਤੰਤਰ ਨੂੰ ਮਜ਼ਬੂਤ ਕਰੋ। ਠੀਕ ਹੈ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਸ਼ੁਕਰੀਆ ਜੀ। ਥੈਂਕ ਯੂ ਜੀ। ਤੁਸੀਂ ਜਿਹੜੀ ਹੈਗੀ ਹਲਕਾ ਖੇਮਕਰਨ ਦੇ ਜਿਹੜੇ ਵਾਸੀਆਂ ਤੱਕ ਔਰ ਪੰਜਾਬ ਦੇ ਵਿੱਚ ਇਹ ਮੈਸੇਜ ਲੈ ਕੇ ਜਾਓਗੇ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੇਮਕਰਨ ਹਲਕੇ ਦੇ ਵਿੱਚ ਜਿਹੜੀ ਮੇਰੀ RO ਦੀ ਟੀਮ ਆ ਉਹ ਕਿੰਨੀ ਮਿਹਨਤ ਔਰ ਕਿੰਨੀ ਸ਼ਿੱਦਤ ਦੇ ਨਾਲ 24 ਘੰਟੇ ਕੰਮ ਕਰਨ 'ਤੇ ਲੱਗੀ ਹੋਈ ਆ। ਔਰ ਸਾਡਾ ਮੰਤਵ ਇਹੀ ਹੈ ਕਿ ਅਸੀਂ ਇੱਥੇ ਇਲੈਕਸ਼ਨ ਜਿਹੜੀਆਂ ਫੇਅਰ, ਫ੍ਰੀ ਅਤੇ ਪੀਸਫੁਲ ਕਰਾਈਏ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਤਾਜ਼ੀਆਂ, ਸੱਚੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਗਰਾਊਂਡ ਰਿਪੋਰਟ TV ਨਿਊਜ਼ ਇੰਡੀਆ ਨੂੰ ਫੇਸਬੁੱਕ, YouTube ਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ ਜੀ।